ਇਹ ਅਫਵਾਹਾਂ ਸਹੀ ਨੇ ਕਿ ਨੌਜਵਾਨ ਡਰ ਕੇ ਵਾਪਸ ਆ ਗਏ? ਅਸੀਂ ਜਦੋਂ ਵਾਪਸੀ ਆਏ 2 ਦਿਨ ਬਾਅਦ ਉਦੋਂ ਵੀ ਉੱਥੇ 10 ਕਿਲੋਮੀਟਰ ਤੋਂ ਵੱਧ ਹੀ ਸੀਗਾ, ਘੱਟ ਕੋਈ ਨਹੀਂ ਸੀਗਾ। ਲਾਲ ਕਿਲੇ ਤੱਕ ਤੁਸੀਂ ਗਏ ਸੀਗੇ, ਕਿਹੜਾ ਰੂਟ ਸੀ ਤੁਹਾਡਾ? ਤੇ ਹਿੰਸਾ ਵੀ ਇਸ ਤਰ੍ਹਾਂ ਹੋਈ ਹੈ ਜੀ, ਇਹ ਤਾਂ ਸਰਕਾਰ ਵੱਲੋਂ ਕਰਾਈ ਗਈ ਹੈ। ਵਿਦ ਪ੍ਰੂਫ ਆਇਡੈਂਟੀ ਕਾਰਡ ਉਹਨਾਂ ਤੋਂ ਬਰਾਮਦ ਹੋਏ ਆ। ਆਰਐਸਐਸ ਬੀਜੇਪੀ ਦੇ ਬੰਦੇ ਸੀਗੇ। ਅਸਲੀ ਤਾਂ ਹੁਣ ਸੰਘਰਸ਼ ਆ। ਕਿਸਾਨੀ ਸੰਘਰਸ਼ ਦਰਮਿਆਨ ਅਸੀਂ ਇਸ ਵਕਤ ਦਿੱਲੀ ਵਿੱਚ ਨਹੀਂ, ਪੰਜਾਬ ਦੇ ਵਿੱਚ ਆ। ਪੰਜਾਬ ਦੇ ਵਿੱਚ ਵੀ 100 ਤੋਂ ਵੱਧ ਥਾਵਾਂ ਦੇ ਉੱਤੇ ਧਰਨੇ ਚੱਲ ਰਹੇ ਨੇ। ਟੋਲ ਪਲਾਜ਼ੇ ਹੋਣ, ਅੰਬਾਨੀਆਂ ਅਡਾਨੀਆਂ ਦੇ ਵਪਾਰਿਕ ਥਾਵਾਂ ਹੋਣ ਜਾਂ ਫਿਰ ਬੀਜੇਪੀ ਘਰਾਂ ਦੇ ਬਾਹਰ ਧਰਨੇ ਹੋਣ, ਸਾਰੀਆਂ ਥਾਵਾਂ ਤੇ ਪਹਿਲਾਂ ਵਾਂਗੂ ਹੀ ਮੋਰਚੇ ਚੱਲ ਰਹੇ ਨੇ। ਸਾਨੂੰ 2 ਨੌਜਵਾਨ ਮਿਲੇ ਨੇ ਅਜ਼ੀਜ਼ਪੁਰ ਟੋਲ ਪਲਾਜ਼ਾ ਦੇ ਉੱਤੇ, ਜਿਹੜੇ ਕਿ 26 ਜਨਵਰੀ ਦੀ ਪਰੇਡ ਦੇ ਵਿੱਚ ਸ਼ਾਮਿਲ ਹੋਏ ਨੇ। ਉਹਨਾਂ ਤੋਂ ਕੁਝ ਗੱਲਾਂ ਬਾਤਾਂ ਅਸੀਂ ਪਤਾ ਕਰਾਂਗੇ, ਕਿਉਂਕਿ ਕੁਝ ਅਫਵਾਹਾਂ ਨੇ, ਕੁਝ ਇਲਜ਼ਾਮ ਨੇ ਜਿਹੜੇ 26 ਜਨਵਰੀ ਦੀ ਪਰੇਡ ਤੋਂ ਬਾਅਦ ਕਿਸਾਨਾਂ ਦੇ ਉੱਤੇ ਲੱਗ ਰਹੇ ਨੇ। ਕੀ ਨਾਮ ਹੈ ਤੁਹਾਡਾ? ਜਸ਼ਨਦੀਪ ਸਿੰਘ ਜੀ। ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਇਹ ਬਨੂੜ ਦੇ ਰਹਿਣ ਵਾਲੇ ਹਾਂ। ਠੀਕ ਹੈ, ਸੋ ਸਭ ਤੋਂ ਪਹਿਲਾਂ ਕਿੰਨੇ ਜਾਣੇ ਤੁਹਾਡੇ ਚੋਂ ਸ਼ਾਮਿਲ ਹੋਏ 26 ਜਨਵਰੀ ਦੀ ਪਰੇਡ 'ਚ? ਅਸੀਂ ਤਕਰੀਬਨ 10 ਤੋਂ 12 ਜਾਣੇ ਟਰਾਲੀ ਲੈ ਕੇ ਗਏ ਸੀਗੇ ਜੀ। ਤੇ ਇੱਥੇ ਕਿੰਨੇ ਜਾਣੇ ਸ਼ਾਮਿਲ? ਇੱਥੇ ਅਸੀਂ 2 ਜਾਣੇ ਮੌਜੂਦ ਆਂ ਜੀ। ਇਹ ਤੁਹਾਡੇ ਨਾਲ ਨੇ। ਤੁਹਾਡਾ ਕੀ ਨਾਮ ਹੈ? ਪ੍ਰਭਜੋਤ ਸਿੰਘ। ਸੋ ਸਭ ਤੋਂ ਪਹਿਲਾਂ ਮੈਂ ਇਹੀ ਸਵਾਲ ਪੁੱਛਾਂਗੀ ਕਿ ਜਦੋਂ 26 ਜਨਵਰੀ ਤੋਂ ਬਾਅਦ ਉੱਥੋਂ ਟਰਾਲੀਆਂ ਵਾਪਸ ਆ ਗਈਆਂ ਸੀ, ਤੁਸੀਂ ਵੀ ਪੰਜਾਬ 'ਚ ਵਾਪਸ ਆ ਗਏ ਹੋ, ਕੀ ਇਹ ਅਫਵਾਹਾਂ ਸਹੀ ਨੇ ਕਿ ਨੌਜਵਾਨ ਡਰ ਕੇ ਵਾਪਸ ਆ ਗਏ, ਘਬਰਾ ਕੇ ਵਾਪਸ ਆ ਗਏ? ਨਹੀਂ, ਬਿਲਕੁਲ ਇਹ ਸਾਰੀਆਂ ਅਫਵਾਹਾਂ ਹੀ ਨੇ। ਅਸਲ 'ਚ ਗੱਲ ਇੱਦਾਂ, ਜਿੱਦਾਂ ਆਪਣਾ ਧਰਨਾ ਤਾਂ 2 ਮਹੀਨਿਆਂ ਤੋਂ ਚੱਲ ਰਿਹਾ। ਉੱਥੇ ਜਿੰਨਾ ਕਾਫਲਾ ਪਹਿਲਾਂ ਸੀਗਾ 10 ਕਿਲੋਮੀਟਰ ਦਾ, ਅਸੀਂ ਜਦੋਂ ਵਾਪਸੀ ਆਏ 2 ਦਿਨ ਬਾਅਦ ਉਦੋਂ ਵੀ ਉੱਥੇ 10 ਕਿਲੋਮੀਟਰ ਤੋਂ ਵੱਧ ਹੀ ਸੀਗਾ, ਘੱਟ ਕੋਈ ਨਹੀਂ ਸੀਗਾ। ਹਾਂ, ਇਹ ਜ਼ਰੂਰ ਹੈ ਵੀ ਜਿਸ ਤਰ੍ਹਾਂ ਇੱਥੋਂ ਬੰਦੇ ਗਏ ਆ 26 ਤਰੀਕ ਦੀ ਪਰੇਡ ਵਾਸਤੇ ਗਏ ਸੀਗੇ, ਲੱਖਾਂ ਦੇ ਹਿਸਾਬ ਨਾਲ ਬੰਦਾ ਗਿਆ, 2-3 ਲੱਖ ਬੰਦਾ ਗਿਆ ਸੀਗਾ। ਇਕੱਲੇ ਘਰ ਦੇ ਵਿੱਚੋਂ ਬੰਦਾ ਗਿਆ ਸੀ, ਤਾਂ ਉਹਨਾਂ ਦਾ ਉੱਥੇ ਪ੍ਰੋਪਰਲੀ ਰਹਿਣਾ ਪੋਸੀਬਲ ਵੀ ਨਹੀਂ ਸੀਗਾ ਵੀ 10 ਦਿਨ ਉੱਥੇ ਲਾਣ। ਜਿਹੜੇ ਸਿਰਫ ਗਏ ਇਸ ਕੰਮ ਵਾਸਤੇ ਵੀ ਅਸੀਂ 26 ਜਨਵਰੀ ਦੀ ਪਰੇਡ ਦੇਖਣੀ ਹੈ, ਉਹਨਾਂ ਨੇ ਤਾਂ ਦੇਖੋ ਵਾਪਸ ਆਉਣਾ ਹੀ ਸੀਗਾ। ਠੀਕ ਹੈ, ਇਹ 'ਚ ਤਾਂ ਕੋਈ ਦੋ ਰਾਏ ਨਹੀਂ। ਤੁਸੀਂ ਵੀ ਤਾਂ ਹੀ ਵਾਪਸ ਆਏ ਹੋ ਕਿ ਪਰੇਡ 'ਚ ਸ਼ਾਮਿਲ ਹੋਣ ਗਏ ਸੀ, ਤੇ ਕਿੰਨੀ ਤਰੀਕ ਨੂੰ ਵਾਪਸ ਆਏ? ਅਸੀਂ ਇੱਥੋਂ 24 ਤਰੀਕ ਨੂੰ ਗਏ ਸੀ, 26 ਤਰੀਕ ਦੀ ਪਰੇਡ ਸੀ, ਤੇ ਅਸੀਂ 28 ਤਰੀਕ ਨੂੰ ਵਾਪਸ ਆਏ ਹਾਂ ਜੀ। ਸੋ ਹੁਣ ਦੂਸਰਾ ਸਵਾਲ ਇਹ ਹੈ ਕਿ ਤੁਸੀਂ ਕਿਹੜੀ ਬਾਰਡਰ ਤੋਂ ਤੁਸੀਂ ਪਰੇਡ ਦੇ ਵਿੱਚ ਸ਼ਾਮਿਲ ਹੋਏ ਸੀ, ਤੇ ਉਸ ਦਰਮਿਆਨ ਤੁਸੀਂ ਕੀ ਕੁਝ ਦੇਖਿਆ? ਲਾਲ ਕਿਲੇ ਤੇ ਗਏ ਸੀ, ਹਿੰਸਾ ਦੇਖੀ, ਕੀ ਕੁਝ ਦੇਖਿਆ? ਅਸੀਂ ਸਿੰਘੂ ਬਾਰਡਰ ਤੇ ਗਏ ਹੋਏ ਸੀਗੇ। ਅਸਲ 'ਚ ਅਸੀਂ ਗਏ ਤਾਂ 2 ਦਿਨ ਪਹਿਲਾਂ ਸੀ, ਪਰ ਜਾਮ ਬਹੁਤ ਜ਼ਿਆਦਾ ਸੀਗਾ, ਬਹੁਤ ਜ਼ਿਆਦਾ ਦੁਨੀਆ ਗਈ ਹੋਈ ਸੀ। ਟਰੈਕਟਰ ਵੀ ਬਹੁਤ ਜ਼ਿਆਦਾ ਸੀਗਾ, ਟਰੈਕਟਰ ਤਾਂ ਉੱਥੋਂ 1 ਇੰਚ ਵੀ ਨਹੀਂ ਅੱਗੇ ਨਿਕਲ ਸਕਦੇ ਸੀਗੇ, ਇੰਨਾ ਜ਼ਿਆਦਾ ਜਾਮ ਸੀਗਾ। ਸਾਡੇ ਟਰੈਕਟਰ ਦੀ ਉੱਥੇ ਚੱਲਣ ਦੀ ਵਾਰੀ ਹੀ 3 ਵਜੇ ਆਈ। ਇੰਨਾ ਜ਼ਿਆਦਾ ਜਾਮ ਸੀਗਾ, ਜਦ ਕਿ ਅਸੀਂ ਬਾਰਡਰ ਦੇ ਸਿਰਫ 4 ਕਿਲੋਮੀਟਰ ਦੇ ਏਰੀਆ ਦੇ ਵਿੱਚ ਬੈਠੇ ਸੀਗੇ। ਤੁਸੀਂ ਹਿਸਾਬ ਲਾ ਲਓ ਵੀ ਸਾਡੇ ਤੋਂ ਪਿੱਛੇ ਮੂਰਥਲ ਤੱਕ 30 ਕਿਲੋਮੀਟਰ ਲੰਬਾ ਜਾਮ ਸੀ, ਉਹ ਤਾਂ ਹਜੇ ਤੁਰੇ ਵੀ ਨਹੀਂ ਸੀਗੇ। ਠੀਕ ਹੈ, ਮਤਲਬ ਯਾਨੀ ਕਿ ਬਹੁਤ ਸਾਰੇ ਲੋਕ ਸ਼ਾਮਿਲ ਹੋ ਵੀ ਨਹੀਂ ਪਾਏ। ਹਾਂ, ਬਿਲਕੁਲ ਗੱਲ ਹੈ, ਬਿਲਕੁਲ 10% ਵੀ ਨਹੀਂ ਸ਼ਾਮਿਲ ਹੋ ਪਾਏ, ਇੰਨੇ ਕੁ ਜ਼ਿਆਦਾ ਲੋਕ ਗਏ ਹੋਏ ਸੀਗੇ। ਸੋ ਉਦੋਂ 3 ਵਜੇ ਜੋ ਤੁਸੀਂ ਨਿਕਲੇ, ਕੀ ਮਾਹੌਲ ਸੀ ਤੇ ਕੀ ਕੁਝ ਤੁਸੀਂ ਕਿਹੜੇ ਰਾਹਾਂ ਤੋਂ ਗਏ ਸੀ, ਕਿਹੜਾ ਰੂਟ ਤੁਸੀਂ ਫੜਿਆ ਸੀ? ਮਾਹੌਲ ਤਾਂ ਉੱਥੇ ਬਹੁਤ ਵਧੀਆ, ਬਹੁਤ ਸ਼ਾਨਦਾਰ ਮਾਹੌਲ ਸੀਗਾ। ਸਿੰਘੂ ਬਾਰਡਰ ਤੋਂ ਅਸੀਂ ਗਏ ਸੀਗੇ। ਉੱਥੇ ਬਸ ਇੱਕ ਲਾਈਨ ਬੰਜੀ ਹੋਈ ਸੀ, ਇੱਕ ਲਾਈਨ ਦੇ ਪਿੱਛੇ ਦੁਨੀਆ ਜੁੜੀ ਹੋਈ ਸੀਗੀ ਨਾ। ਅੱਗੇ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਸੀ, ਅੱਗੇ ਤੱਕ ਟਰੈਕਟਰ ਸੀਗੇ, ਜਿੱਥੇ ਪਿੱਛੇ ਤੱਕ ਨਿਗਾਹ ਜਾਂਦੀ ਸੀ, ਪਿੱਛੇ ਤੱਕ ਟਰੈਕਟਰ ਜਾਂਦੇ ਸੀਗੇ। ਲੋਕਾਂ ਨੇ ਪੂਰਾ ਸਾਡਾ ਉੱਥੇ ਵੈਲਕਮ, ਸਤਿਕਾਰ, ਪੂਰਾ ਸਾਨੂੰ ਇੱਜ਼ਤ ਮਾਣ ਬਖਸ਼ਿਆ ਵਾ ਦਿੱਲੀ ਦੇ ਲੋਕਾਂ ਨੇ। ਹਾਂਜੀ, ਦਿੱਲੀ ਦੇ ਲੋਕਾਂ ਨੇ। ਕੋਈ ਉੱਥੇ ਇਹੋ ਜਿਹੀ ਕੋਈ ਹੁੱਲੜਬਾਜੀ ਜਾਂ ਕਿਸੇ ਬੰਦੇ ਨੇ ਨਹੀਂ ਕੀਤੀ ਹੈਗੀ। ਕਿਵੇਂ ਵੈਲਕਮ ਕਿਵੇਂ ਕੀਤਾ, ਉਹ ਤਸਵੀਰਾਂ ਵੀ ਤੁਸੀਂ ਦੱਸੋ। ਸਾਡੇ ਤੇ ਫੁੱਲਾਂ ਦੇ ਨਾਲ ਉਹਨਾਂ ਨੇ ਸਾਡਾ ਵੈਲਕਮ ਕੀਤਾ ਵਾ। ਸਾਡੇ ਟਰੈਕਟਰਾਂ ਉੱਤੇ ਬਹਿ ਕੇ ਉੱਥੋਂ ਦੀ ਲੇਡੀਜ਼ ਨੇ, ਬੀਬੀਆਂ ਨੇ ਸਾਡੇ ਨਾਲ ਫੋਟੋਆਂ ਕਰਵਾਈਆਂ ਨੇ, ਵੀ ਸਾਨੂੰ ਬਹੁਤ ਮਾਣ ਸਤਿਕਾਰ ਬਖਸ਼ਿਆ ਉੱਥੋਂ ਦੇ ਲੋਕਾਂ ਨੇ, ਦਿੱਲੀ ਦਿਆਂ ਨੇ। ਐਵੇਂ ਦੀ ਕੋਈ ਗੱਲ ਨਹੀਂ ਸੀਗੀ ਉੱਥੇ ਜੀ। ਸੋ ਜਿਹੜੀਆਂ ਹਿੰਸਾ ਦੀਆਂ ਤਸਵੀਰਾਂ ਦਿਖੀਆਂ ਨੇ ਔਰ ਉਹ ਹੋਈ ਵੀ ਹੈ, ਲਾਲ ਕਿਲੇ ਤੱਕ ਤੁਸੀਂ ਗਏ ਸੀਗੇ, ਕਿਹੜਾ ਰੂਟ ਸੀ ਤੁਹਾਡਾ? ਅਸੀਂ ਲਾਲ ਕਿਲੇ 'ਚ ਪਹੁੰਚੇ ਨਹੀਂ ਸੀ, ਸਾਨੂੰ ਜਾਮ ਕਰਕੇ ਪਿੱਛੋਂ ਹੀ ਵਾਪਸ ਆਉਣਾ ਪੈ ਗਿਆ, ਕਿਉਂਕਿ ਜਥੇਬੰਦੀਆਂ ਨੇ ਆਰਡਰ ਦਿੱਤਾ ਸੀ ਵੀ ਆਪਣੇ ਵਾਪਸ ਆਪਣੇ ਬਾਰਡਰਾਂ ਤੇ ਆ ਜਾਓ। ਜਿਹੜੀਆਂ ਹਿੰਸਕ ਦੀ ਗੱਲਾਂ, ਸਾਨੂੰ ਤਾਂ ਦੇਖੋ ਜੀ ਉੱਥੇ ਪਤਾ ਵੀ ਨਹੀਂ ਲੱਗਦਾ ਸੀ ਵੀ ਉਹਦੇ ਕੋਈ ਹਿੰਸਾ ਹੈ ਵੀ ਹੈ ਕਿ ਨਹੀਂ। ਬਿਲਕੁਲ ਨੋਰਮਲ ਮਾਹੌਲ ਸੀ, ਕੋਈ ਵਾਇਲੈਂਸ ਵਾਲਾ ਤਾਂ ਹੈ ਹੀ ਨਹੀਂ ਸੀਗਾ, ਵੀ ਕੋਈ ਸੋਚ ਵੀ ਨਹੀਂ ਸਕਦਾ ਵੀ ਅੱਗੇ ਹਿੰਸਾ ਹੋ ਰਹੀ ਹੈ। ਇੰਨਾ ਵਧੀਆ ਮਾਹੌਲ ਸੀਗਾ। ਤੇ ਹਿੰਸਾ ਵੀ ਇਸ ਤਰ੍ਹਾਂ ਹੋਈ ਹੈ ਜੀ, ਇਹ ਤਾਂ ਸਰਕਾਰ ਵੱਲੋਂ ਕਰਾਈ ਗਈ ਆ, ਆਪਣੇ ਲੋਕਾਂ ਨੇ ਤਾਂ ਬਿਲਕੁਲ ਹਿੰਸਾ ਨਹੀਂ ਕੀਤੀਆਂ। ਤੁਸੀਂ ਇਹ ਦੇਖੋ 10 ਤੋਂ 20 ਲੱਖ ਬੰਦਾ ਗਿਆ ਹੋਏ, ਕਿਸੇ ਇੱਕ ਦੁਕਾਨ ਦਾ ਵੀ ਸ਼ੀਸ਼ਾ ਟੁੱਟਿਆ ਹੋਏਗਾ ਜੀ। ਹਿੰਸਾ ਹੁੰਦੀ ਹੈ, ਸਾਰਿਆਂ ਨੂੰ ਪਤਾ ਲੱਗਦਾ, ਅੱਗਾਂ ਲੱਗ ਜਾਂਦੀਆਂ, ਫੈਕਟਰੀਆਂ ਸਾੜ ਦਿੰਦੇ ਆ। ਉੱਥੇ ਕੋਈ ਵੀ ਇਹੋ ਜਿਹੀ ਹਰਕਤ ਨਹੀਂ ਹੋਈ। ਜਿਹੜੀਆਂ 2-4 ਬੱਸਾਂ ਵੀ ਟੁੱਟੀਆਂ, ਉਹਨਾਂ ਦੇ ਬੰਦੇ ਫੜੇ ਗਏ ਆ, ਉਹਨਾਂ ਦੇ ਵਿਦ ਪ੍ਰੂਫ ਆਇਡੈਂਟੀ ਕਾਰਡ ਉਹਨਾਂ ਤੋਂ ਬਰਾਮਦ ਹੋਏ ਆ। ਆਰਐਸਐਸ ਬੀਜੇਪੀ ਦੇ ਬੰਦੇ ਸੀਗੇ, ਜਿਨ੍ਹਾਂ ਨੇ ਹਿੰਸਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਹ ਆਪਣੇ ਕਿਸਾਨ ਭਰਾਵਾਂ ਨੇ ਫੜਾਏ ਵੀ ਆ ਪੁਲਿਸ ਨੂੰ, ਜਦ ਕਿ ਉਹਨਾਂ 'ਤੇ ਕਾਰਵਾਈ ਨਾ ਪਹਿਲਾਂ ਹੋਈ ਨਾ ਹੁਣ ਹੋਣੀ। ਕਾਰਵਾਈ ਤਾਂ ਪੁਲਿਸ ਕਰਦੀ ਹੀ ਨਹੀਂ। 26 ਜਨਵਰੀ ਤੋਂ 2 ਦਿਨ ਪਹਿਲਾਂ ਹੀ ਜਦੋਂ ਇਹਨਾਂ ਨੇ ਇੱਕ ਬੰਦਾ ਫੜਾਤਾ ਸੀਗਾ, ਜਿਹਦੀ ਟਾਰਗੇਟ ਕਿਲਿੰਗ ਦੀ, 4 ਬੰਦੇ ਲੀਡਰ ਨੂੰ ਮਰਵਾਉਣ ਦੀ ਪਲੈਨਿੰਗ ਸੀਗੀ, ਉਹ ਬੰਦੇ ਦੀ ਨਹੀਂ ਕਾਰਵਾਈ ਹੋਈ।
ਜਦ ਕਿ ਸ਼ਰੇਆਮ ਇਹਨਾਂ ਦੀ ਪਲੈਨਿੰਗ ਫੇਲ ਹੋਈ ਹੈ। ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਉਰੇ ਗੋਲੀਆਂ ਚਲਵਾਉਣੀਆਂ, ਪੁਲਿਸ ਦੇ ਵਿੱਚ ਰਲ ਕੇ ਬੰਦੇ ਮਰਵਾਉਣੇ ਆ। ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਜੀ। ਸੋ 3 ਵਜੇ ਜਦੋਂ ਤੁਸੀਂ ਬਾਹਰ ਨਿਕਲੇ ਸਿੰਘੂ ਬਾਰਡਰ ਤੋਂ, ਕਿੰਨੇ ਵਜੇ ਤੁਹਾਡਾ ਟਰੈਕਟਰ ਵਾਪਸ ਆਇਆ? ਤੇ ਜਿਹੜੀ ਹਿੰਸਾ ਦੀ ਗੱਲ ਕਰਦੇ ਆ, ਚਰਚਾ ਹੋ ਰਹੀ ਹੈ, ਉਹਦੇ ਵਿੱਚੋਂ ਤੁਸੀਂ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ? ਅਸੀਂ ਬਿਲਕੁਲ ਨਹੀਂ ਦੇਖਿਆ। ਸਾਡੀ ਤਾਂ ਜਿੱਥੇ ਤੱਕ ਨਿਗਾਹ ਜਾਂਦੀ ਸੀ, ਕਹਿਣੇ ਸਾਡੇ ਵੱਡੇ ਵੀਰ ਦੇ ਟਰੈਕਟਰ ਹੀ ਟਰੈਕਟਰ ਦੇਖਦਾ ਸੀਗਾ ਜੀ। ਉੱਤੇ ਤਿਰੰਗੇ ਲੱਗੇ ਹੋਏ ਸੀਗੇ, ਕੇਸਰੀ ਨਿਸ਼ਾਨ ਸਾਹਿਬ ਲੱਗੇ ਹੋਏ ਸੀ। ਅੱਗੇ ਨੂੰ ਵੀ ਟਰੈਕਟਰ, ਪਿੱਛੇ ਨੂੰ ਵੀ ਟਰੈਕਟਰ। ਸਾਨੂੰ ਵਾਪਸ ਆਉਣ ਦਾ ਵੀ ਮੌਕਾ ਨਹੀਂ ਵੀ ਅਸੀਂ ਬੈਕ ਆ ਜਾਈਏ। ਬੈਕ ਵੀ ਬਹੁਤ ਮੁਸ਼ਕਲ ਤੋਂ ਆ ਸਕਦੇ ਸੀ। ਸਾਨੂੰ ਅਸੀਂ 10 ਵਜੇ ਪਹੁੰਚੇ ਵਾਪਸ ਆਪਣੇ ਬਾਰਡਰ ਦੇ ਉੱਤੇ। ਜੀ, ਤੁਸੀਂ ਰਾਹ ਦੇ ਵਿੱਚੋਂ ਮੁੜ ਆਏ ਸੀ ਜਾਂ ਕਿਉਂਕਿ ਸ਼ਾਮ ਤੱਕ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੇ ਸੁਨੇਹੇ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਸੀ ਕਿ ਵਾਪਸ ਆ ਜਾਓ, ਤੁਸੀਂ ਸਾਰਾ ਰੂਟ ਕੱਢ ਕੇ ਆਏ ਸੀ ਜਾਂ ਵਾਪਸ ਵਿੱਚੋਂ ਮੁੜੇ? ਸਾਨੂੰ ਤਾਂ ਕਰਨਾਲ ਬਾਈਪਾਸ ਤੋਂ ਹੀ ਵਾਪਸ ਮੁੜਨਾ ਪਿਆ, ਇੰਨਾ ਕੁ ਜ਼ਿਆਦਾ ਜਾਮ ਸੀਗਾ ਜੀ। ਟਰੈਕਟਰ ਅੱਗੇ ਚੱਲਦੇ ਹੀ ਨਹੀਂ। ਜਦੋਂ ਅੱਗੇ ਲੱਖਾਂ ਟਰੈਕਟਰਾਂ ਤੇ ਅਸੀਂ ਤਾਂ ਜਾ ਹੀ ਨਹੀਂ ਸਕਦੇ। ਪੈਦਲ ਬੰਦਾ ਵੀ ਬਹੁਤ ਔਖਾ ਜਾਂਦਾ ਜੀ ਉੱਥੇ ਤਾਂ। ਪੈਦਲ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਸੀਗੀ, ਕੋਈ ਪੈਦਲ ਨਹੀਂ ਜਾ ਸਕਦੀ। ਟਰੈਕਟਰ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਪੁਲਿਸ ਫੋਰਸ ਤੁਹਾਨੂੰ ਰਾਹ ਦੇ ਵਿੱਚ ਕਿੰਨੀ ਕੁ ਦਿਖੀ? ਸੁਰੱਖਿਆ ਕਿੰਨੀ ਕੁ ਲੱਗੀ ਹੋਈ ਸੀ ਰਾਹ 'ਚ? ਨਾ ਦੇ ਬਰਾਬਰ ਜੀ, ਬਿਲਕੁਲ ਵੀ ਨਹੀਂ। ਕੋਈ ਰੋਕ ਨਹੀਂ ਰਿਹਾ ਸੀ, ਕੋਈ ਪੁਲਿਸ ਫੋਰਸ ਨਹੀਂ ਸੀਗੀ। ਸਿਰਫ ਸਾਨੂੰ 20-50 ਜਾਣੇ ਸਿੰਘੂ ਬਾਰਡਰ ਦੇ ਉੱਤੇ ਜ਼ਰੂਰ ਮਿਲੇ ਜਿਹੜੇ ਬੈਰੀਕੇਡਾਂ ਕੋਲ ਖੜੇ ਸੀਗੇ। ਅਦਰਵਾਈਜ਼ ਰੋਡ ਦੇ ਉੱਤੇ ਇੱਕ ਵੀ ਪੁਲਿਸ ਵਾਲਾ ਨਹੀਂ ਸਾਨੂੰ ਮਿਲਿਆ ਜੀ। ਸੋ ਤੁਸੀਂ ਦੱਸੋ, ਜਿਵੇਂ ਇਹਨਾਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਨੇ ਕੋਈ ਗੜਬੜ ਨਹੀਂ ਕੀਤੀ, ਹੁੱਲੜਬਾਜ਼ੀ ਦੀ ਕੋਈ ਵੀ ਕਿਤੇ ਘਟਨਾ ਤੁਸੀਂ ਨਹੀਂ ਦੇਖੀ, ਫਿਰ ਜੋ ਕੁਝ ਹੋਇਆ ਦਿੱਲੀ ਲਾਲ ਕਿਲੇ ਵੱਲ ਕਿਵੇਂ ਚਲੇ ਗਏ ਕਿਸਾਨ, ਉਹ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਵਾਪਰਿਆ ਸਾਰਾ? ਜਦੋਂ ਹੁਣ ਕਿਸਾਨ ਆਪਣੇ ਹੁਣ ਪੰਜਾਬ ਚੋਂ ਗਏ ਨੇ, ਹੁਣ ਨੌਜਵਾਨਾਂ ਨੂੰ ਤਾਂ ਮਾੜਾ ਮੋਟਾ ਫਿਰ ਵੀ ਰਸਤੇ ਦਾ ਪਤਾ ਆ। ਤੇ ਹੁਣ ਇੰਨੀ ਹਜੂਮ, ਉੱਥੇ ਦੁਨੀਆ ਦਾ ਹਜੂਮ ਉਮੜਿਆ ਹੋਇਆ ਸੀਗਾ ਤੇ ਉੱਥੇ ਰਸਤਾ ਤਾਂ ਪਤਾ ਨਹੀਂ। ਹੁਣ ਇੱਕ ਟਰੈਕਟਰ ਅੱਗੇ ਲੱਗਿਆ, ਉਹਦੇ ਮਗਰ ਹੀ ਸਾਰੀ ਦੁਨੀਆ ਜਾਈ ਜਾਂਦੀ ਹੈ। ਤੇ ਫਿਰ ਹੁਣ ਕਈਆਂ ਨੂੰ ਭੁਲੇਖਾ ਸੀਗਾ। ਹੁਣ ਜਿੱਦਾਂ ਅੱਗਿਓਂ ਜਾ ਕੇ ਪਤਾ ਲੱਗਿਆ ਵੀ ਹਾਂ ਵੀ ਅਸੀਂ ਗਲਤ ਡਾਇਰੈਕਸ਼ਨ ਤੇ ਜਾਂਦੇ ਆ। ਅੱਗਿਓਂ ਜਦੋਂ ਉਹਨਾਂ ਨੇ ਮੁੜਨ ਦੀ ਕੋਸ਼ਿਸ਼ ਕੀਤੀ, ਪੁਲਿਸ ਨੇ ਦੂਸਰੀ ਤਰਫ ਬੈਰੀਕੇਡਿੰਗ ਕਰਤੀ ਵੀ ਇੱਧਰ ਨੂੰ ਨਹੀਂ ਜਾਣਾ, ਤੁਸੀਂ ਲਾਲ ਕਿਲੇ ਦੀ ਤਰਫ ਜਾਓ। ਫਿਰ ਦੁਨੀਆ ਹੁਣ ਫਿਰ ਲਾਲ ਕਿਲੇ ਦੇ ਤਰਫ ਚਲੇਗੀ ਸਾਰੀ। ਕਿਸਾਨ ਲੀਡਰ ਕਹਿ ਰਹੇ ਨੇ ਕਿ ਸਾਰੀ ਸਾਜ਼ਿਸ਼ ਹੈ, ਸਰਕਾਰ ਦੀ ਸਾਜ਼ਿਸ਼ ਹੈ, ਦਿੱਲੀ ਪੁਲਿਸ ਦੇ ਜ਼ਰੀਏ ਇਹ ਸਾਰਾ ਕੁਝ ਉਹਨਾਂ ਨੇ ਆਪ ਕਰਾਇਆ। ਤੁਸੀਂ ਵੀ ਮੰਨਦੇ ਹੋ? ਬਿਲਕੁਲ ਜੀ, ਬਿਲਕੁਲ। ਸਰਕਾਰ ਦੀ ਬੜੀ ਤਗੜੀ ਸਾਰੀ ਸਾਜ਼ਿਸ਼ ਸੀਗੀ ਇਹ, ਪਰ ਇਹ ਕਾਮਯਾਬ ਨਹੀਂ ਹੋ ਸਕੀ ਸਰਕਾਰ ਦੀ ਪਲੈਨਿੰਗ। ਇਹ ਕਿਸਾਨਾਂ ਨੇ ਲਾ ਲਓ, ਲੋਕਾਂ ਨੇ, ਉੱਥੋਂ ਦੇ ਲੋਕਲ ਵਸਿੰਦਿਆਂ ਨੇ ਲਾ ਲਓ, ਉਹਨਾਂ ਨੇ ਫੇਲ ਕਰਤੀ ਸਰਕਾਰ ਦੀ ਇਹ ਸਾਜ਼ਿਸ਼। ਪਰ ਜਿਹੜੇ ਕਿਸਾਨ ਨੇ 120 ਤੋਂ ਲੈ ਕੇ 122 ਕਿਸਾਨਾਂ ਦੀ ਤਾਂ ਸੂਚੀ ਆ ਹੀ ਗਈ ਹੈ ਕਿ 122 ਕਿਸਾਨ ਜੇਲ੍ਹਾਂ ਦੇ ਵਿੱਚ ਬੰਦ ਨੇ, ਫਿਰ ਉਹ ਨਿਰਦੋਸ਼ ਨੇ? ਬਿਲਕੁਲ ਜੀ, ਨਿਰਦੋਸ਼ ਨਹੀਂ। ਉਹਨਾਂ ਨੇ ਕੀਤਾ ਕੀ ਹੈ ਉੱਥੇ? ਸਰਕਾਰ ਵੱਧ ਤੋਂ ਵੱਧ ਜੇ ਆਪਾਂ ਕਹਿ ਦਈਏ, ਆਪਣਾ ਕੇਸਰੀ ਨਿਸ਼ਾਨ ਸਾਹਿਬ ਲਾਤਾ, ਨਾਲ ਕਿਸਾਨੀ ਦਾ ਝੰਡਾ ਲਾਇਆ। ਤਿਰੰਗੇ ਦਾ ਤਾਂ ਕਿਸੇ ਨੇ ਅਪਮਾਨ ਹੀ ਨਹੀਂ ਕੀਤਾ ਹੈਗਾ। ਸਾਡੇ ਟਰੈਕਟਰਾਂ ਦੇ ਉੱਤੇ, ਟਰਾਲੀਆਂ ਦੇ ਬਕਾਇਦਾ ਤਿਰੰਗੇ ਲੱਗੇ ਹੋਏ ਸੀਗੇ। ਤਿਰੰਗੇ ਦਾ ਤਾਂ ਅਪਮਾਨ ਕਰਨ ਦੀ ਕੋਈ ਸੋਚ ਵੀ ਨਹੀਂ ਸਕਦਾ ਹੈਗਾ। ਨਾਲੇ ਤਿਰੰਗਾ ਸਾਂਭਣ ਵਾਲੇ ਅਸੀਂ, ਤਾਂ ਤਿਰੰਗਾ ਸਾਂਭਣ ਵਾਲੇ ਆ। ਸਾਡੇ ਭਰਾ, ਸਾਡੇ ਦਾਦੇ, ਸਾਡੇ ਬਜ਼ੁਰਗ, ਸਾਡੇ ਪਿਓ ਤਾਂ ਆਰਮੀ ਦੇ ਵਿੱਚ, ਫੌਜ ਦੇ ਵਿੱਚ ਨੇ। ਨਿੱਤ ਸਾਡੇ ਪਿੰਡਾਂ ਦੇ ਵਿੱਚ ਆਪਣੇ ਫੌਜੀ ਵੀਰਾਂ ਦੇ ਉਹਨਾਂ ਦੀਆਂ ਲਾਸ਼ਾਂ ਆਉਂਦੀਆਂ ਨੇ। ਸੋ ਇੱਕ ਸਵਾਲ ਜਿਹੜਾ ਹੁਣ ਇਲਜ਼ਾਮ ਜਿਹੜਾ ਲੱਗ ਰਿਹਾ ਵੱਡੇ ਪੱਧਰ ਤੇ, ਦੀਪ ਸਿੱਧੂ ਨੌਜਵਾਨ ਲੀਡਰ ਆਪਾਂ ਉਹਨੂੰ ਕਹਿ ਸਕਦੇ ਹਾਂ, ਇਸ ਕਿਸਾਨੀ ਸੰਘਰਸ਼ ਦੇ ਸ਼ੁਰੂ ਤੋਂ ਜੁੜਿਆ ਹੈ, ਤੇ ਲੱਖਾ ਸਿਧਾਣਾ, ਤੁਸੀਂ ਖੁਦ ਨੌਜਵਾਨ ਹੋ, ਤੁਸੀਂ ਕੀ ਸਮਝਦੇ ਹੋ ਕਿ ਸਾਰਾ ਕੁਝ ਉਹਨਾਂ ਦੀ ਸਾਜ਼ਿਸ਼ ਦਾ ਕੀਤਾ ਹੋਇਆ? ਨਹੀਂ ਮੈਡਮ, ਇਹ ਸਰਕਾਰ ਦੀ ਸਾਜ਼ਿਸ਼ ਸੀ। ਉਹਨਾਂ ਦੀ ਦੋਵਾਂ ਦੀ ਕੋਈ ਸਾਜ਼ਿਸ਼ ਨਹੀਂ ਹੈਗੀ ਇਹਦੇ ਵਿੱਚ। ਦੁਨੀਆ ਦਾ ਸੰਘਰਸ਼ ਨੂੰ ਖੜਾ ਕਰਨ ਵਾਲਾ ਹੀ ਦੀਪ ਸਿੱਧੂ ਤੇ ਇਹ ਲੱਖਾ ਸਿਧਾਣਾ ਸੀਗੇ, ਜਿਹੜੇ ਪੰਜਾਬ ਦੇ ਵਿੱਚ ਇੰਨਾ ਨੌਜਵਾਨ ਉਹਨਾਂ ਨੇ ਆਪਣੇ ਨਾਲ ਜੋੜਿਆ। ਇਹ ਲੱਖੇ ਤੋਂ ਬਿਨਾਂ ਹੋ ਹੀ ਨਹੀਂ ਸਕਦਾ ਹੈਗਾ। ਤੇ ਇਹ ਸਰਕਾਰ ਨੇ, ਬਸ ਪੰਜਾਬ ਸਰਕਾਰ ਲਾ ਲਓ, ਭਾਵੇਂ ਸੈਂਟਰ ਸਰਕਾਰ ਲਾ ਲਓ, ਵੀ ਇਹਨਾਂ ਦੋਵਾਂ ਨੌਜਵਾਨਾਂ ਨੂੰ ਨੀਵਾਂ ਕਰਨ ਵਾਸਤੇ, ਬਦਨਾਮ ਕਰਨ ਵਾਸਤੇ ਸਰਕਾਰ ਨੇ ਸਾਜ਼ਿਸ਼ ਸਾਰੀ ਰਚੀ ਹੈ ਜੀ। ਸੋ ਕੀ ਤੁਹਾਨੂੰ ਵੀ, ਤੁਸੀਂ ਵੀ ਨੌਜਵਾਨ ਹੈਗੇ, ਤੁਹਾਨੂੰ ਵੀ ਲੱਗਦਾ ਵੀ ਲੱਖਾ ਸਿਧਾਣਾ ਤੇ ਦੀਪ ਸਿੱਧੂ ਠੀਕ ਨੇ, ਠੀਕ ਅਗਵਾਈ ਕਰ ਰਹੇ ਨੇ ਜੋ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ? ਸਟੇਜ ਤੋਂ ਕੁਝ ਕਿਸਾਨ ਲੀਡਰਾਂ ਨੇ ਵੀ ਕਿਹਾ ਹੈਗਾ ਕਿ ਗਦਾਰ ਹੈਗੇ ਨੇ, ਵਿਕੇ ਹੋਏ ਨੇ। ਨਹੀਂ, ਬਿਲਕੁਲ ਸਹੀ ਹੈ। ਅਸੀਂ ਉਹਨਾਂ ਜਿੰਨੇ ਵੀ ਨੌਜਵਾਨ ਆ, ਲੱਖੇ ਸਿਧਾਣੇ ਤੇ ਦੀਪ ਸਿੱਧੂ ਦੇ ਨਾਲ ਲੱਗ ਕੇ ਤੁਰੇ ਆ। ਉਹਨਾਂ ਨੇ ਤਾਂ ਸਾਨੂੰ ਇਕੱਠਿਆਂ ਕੀਤਾ, ਉਹਨਾਂ ਨੇ ਪਾੜ ਥੋੜੀ ਨਾ ਪਾਈ ਹੈ ਜੀ। ਜਿੰਨਾ ਵੀ ਲੱਖਾਂ ਦੇ ਹਿਸਾਬ ਨਾਲ ਨੌਜਵਾਨ ਪਹੁੰਚਿਆ, ਉਹ ਉਹਨਾਂ ਦੇ ਮਗਰ ਲੱਗ ਕੇ ਪਹੁੰਚਿਆ। ਉਹਨਾਂ ਦੇ 'ਚ ਜੇ ਕੋਈ ਗੱਲ ਦਿਖੀ ਤਾਂ ਉਹਨਾਂ ਦੇ ਮਗਰ ਲੱਗਾ। ਉਹਨਾਂ ਨੇ ਕੀ ਲੈਣਾ? ਉਹ ਵੀ ਤਾਂ ਆਪਣੇ ਪੰਜਾਬ ਦੇ ਖਾਤਰ ਲੜ ਰਹੇ। ਉਹਨਾਂ ਦਾ ਪਰਸਨਲ ਇਸ਼ੂ ਤਾਂ ਕੋਈ ਵੀ ਨਹੀਂ ਹੈਗਾ। ਜੇ ਦੇਖਿਆ ਜਾਏ, ਲੱਖੇ ਨੇ ਇਕੱਲੇ ਦਾ ਪਰਸਨਲ ਇਸ਼ੂ ਥੋੜੀ ਨਾ। ਜਦ ਦੀਪ ਸਿੱਧੂ ਦਾ ਲਾ ਲਓ, ਉਹ ਬੰਬੇ ਤੋਂ ਆਇਆ, ਕੀ ਨਹੀਂ ਸੀਗਾ ਉਹਦੇ ਕੋਲ 1.5 ਕਰੋੜ ਦੀਆਂ ਗੱਡੀਆਂ ਦੇ ਵਿੱਚ ਉਹ ਬੰਦਾ ਘੁੰਮਦਾ ਤੇ ਅੱਜ ਸੜਕਾਂ ਤੇ ਫਿਰਦਾ ਪਿਆ, ਆਪਣੀ ਕਿਸਾਨੀ ਜਾਂ ਪੰਜਾਬ ਵਾਸਤੇ ਘੁੰਮ ਰਿਹਾ। ਉਹਦਾ ਪਰਸਨਲ ਫਾਇਦਾ ਤਾਂ ਉਹਦੇ ਵਿੱਚ ਕੋਈ ਵੀ ਨਹੀਂ ਹੈਗਾ ਜੀ। ਸੋ ਤੁਸੀਂ ਕੀ ਕਿਸਾਨ ਲੀਡਰ ਹੈਗੇ ਨੇ ਜਿਹੜੇ ਮੋਰਚੇ ਦੀ ਅਗਵਾਈ ਕਰ ਰਹੇ ਨੇ, ਕਿਉਂਕਿ ਸਾਰੇ ਉਹਨਾਂ ਦੀ ਅਗਵਾਈ ਤੁਸੀਂ ਲੈ ਰਹੇ ਹੈਗੇ ਹੋ, ਤੇ ਜਿਹੜਾ ਦੀਪ ਸਿੱਧੂ ਤੇ ਲੱਖਾ ਸਿਧਾਣਾ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਮੁੜ ਤੋਂ ਸਭ ਕੁਝ ਇੱਕ ਹੋ ਜਾਏ, ਏਕਤਾ ਹੋ ਜਾਏ? ਮੈਸੇਜ ਤਾਂ ਇਹੀ ਹੈ ਵੀ ਆਪਾਂ ਜਿੰਨੇ ਵੀ ਇਸ ਸੰਘਰਸ਼ ਦੇ ਵਿੱਚ ਸਾਨੂੰ ਇਕੱਠੇ ਹੋ ਕੇ ਚੱਲਣਾ ਪੈਣਾ। ਇਕੱਠਿਆਂ ਦੀ ਹੀ ਜਿੱਤ ਹੋਣੀ ਹੈ। ਜੇ ਅਸੀਂ ਆੜ ਪਾੜ ਹੋ ਗਏ ਫਿਰ ਸਾਡੀ ਜਿੱਤ ਨਹੀਂ ਹੋ ਸਕਦੀ। ਸਰਕਾਰਾਂ ਤਾਂ ਚਾਹੁੰਦੀਆਂ ਇਹੀ ਆ
ਵੀ ਇਹ ਆਪਸ 'ਚ ਪਾਟਣ ਤੇ ਇਹਨਾਂ ਨੂੰ ਅਸੀਂ ਇਹਨਾਂ ਦਾ ਅੰਦੋਲਨ ਚੱਕੀਏ, ਬਟ ਇਹ ਅਸੀਂ ਹੋਣ ਨਹੀਂ ਦੇਣਾ। ਅਸੀਂ ਸਾਰੇ ਇਕੱਠੇ ਆ ਤੇ ਇਕੱਠੇ ਰਹਾਂਗੇ ਤੇ ਜਿੱਤ ਕੇ ਦਿਖਾਵਾਂਗੇ। ਤੁਹਾਡਾ ਕੀ ਮੈਸੇਜ ਹੈ? ਬਸ ਆਹੀ ਮੈਸੇਜ ਹੈ ਜੀ, ਆਪਾਂ ਨੂੰ ਰਲ ਮਿਲ ਕੇ ਜੋ ਵੀ ਗਿਲੇ ਸ਼ਿਕਵੇ ਸਾਰੇ ਭੁਲਾ ਕੇ, ਬਸ ਹੁਣ ਨੌਜਵਾਨਾਂ, ਬਜ਼ੁਰਗਾਂ, ਆਪਣੇ ਵੀਰਾਂ ਭਰਾਵਾਂ, ਮਾਤਾਵਾਂ, ਭੈਣਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਦੇ ਵਿੱਚ ਹੰਭਲਾ ਮਾਰਨਾ ਚਾਹੀਦਾ। ਹੁਣ ਤਾਂ ਸੰਘਰਸ਼ ਸਗੋਂ ਅਸਲੀ ਸੰਘਰਸ਼ ਤੇ ਹੁਣ ਖੜਾ ਹੋਇਆ ਇਹ 26 ਤੋਂ ਬਾਅਦ ਚੋਂ। ਉਸ ਤੋਂ ਪਹਿਲਾਂ ਤੇ ਆਪਾਂ ਜਾਂਦੇ ਸੀਗੇ ਮੇਲਾ, ਜਿਵੇਂ ਘੁੰਮ ਕੇ ਆਉਂਦੇ ਆ, ਇਦਾਂ ਜਾਈਦਾ ਸੀਗਾ, ਬਸ ਖਾ ਪੀ ਕੇ ਆਪਣਾ ਉੱਥੇ ਘੁੰਮ ਫਿਰ ਕੇ ਮੁੜ ਆਏ ਆ। ਅਸਲੀ ਤਾਂ ਹੁਣ ਸੰਘਰਸ਼ ਆ। ਹੁਣ ਜਿੰਨਾ ਵੱਧ ਤੋਂ ਵੱਧ ਸਾਨੂੰ ਉੱਥੇ ਜਾ ਕੇ ਸਾਥ ਦੇਣਾ ਚਾਹੀਦਾ ਆਪਣੇ ਲੋਕਾਂ ਦਾ। ਜੀ, ਤੇ ਦਿੱਲੀ ਜਾਣ ਦਾ ਹੁਣ ਤੁਹਾਡਾ ਕੋਈ ਪਲਾਨ ਹੈ? ਤੁਸੀਂ ਇੱਕ ਵਾਰੀ ਤਾਂ 10 ਤਰੀਕ ਨੂੰ ਜਾਣਾ ਜੀ। ਹੁਣ ਜੀ 10 ਤਰੀਕ ਨੂੰ ਜਾਂ 6 8 9 ਤਰੀਕ ਨੂੰ ਜਾਣਾ, ਵੀ 2-4 ਦਿਨਾਂ ਦੇ ਵਿੱਚ ਜਾਣਾ ਜੀ। ਕੰਮ ਵਗੈਰਾ ਲੱਗਾ ਹੋਇਆ ਸਾਡਾ ਜੀ, ਆਲੂ ਪੁੱਟਦੇ ਪਏ ਆ ਤੇ ਉਸ ਤੋਂ ਬਾਅਦ ਟਰਾਲੀ ਲੈ ਕੇ ਜ਼ਰੂਰ ਪਹੁੰਚਾਂਗੇ, ਜ਼ਰੂਰ ਦਿੱਲੀ ਜਾਵਾਂਗੇ ਜੀ। ਤੇ ਮੈਸੇਜ ਇਹੀ ਹੈ ਕਿ ਬਸ ਤੇਰੀ ਮੇਰੀ ਆਪਾਂ ਬਾਅਦ ਚੋਂ ਕਰ ਲਾਂਗੇ, ਪਹਿਲਾਂ ਇੱਕ ਵਾਰੀ ਆਪਾਂ ਸੰਘਰਸ਼ ਇਕੱਠੇ ਹੋ ਕੇ ਲੜੀਏ ਤੇ ਦਿੱਲੀੋਂ ਪੰਜਾਬ ਤੱਕ ਧਰਤੀ ਕਲੀ ਕਰਦੇ ਆਵਾਂਗੇ। ਇਹੀ ਹੈ ਮੈਸੇਜ ਸਾਰਿਆਂ ਨੂੰ ਕਿ ਇਕੱਠੇ ਹੋ ਕੇ ਰਹੋ। ਜੀ ਬਿਲਕੁਲ। ਸੋ ਇਹ ਨੌਜਵਾਨਾਂ ਦਾ, ਪੰਜਾਬ ਦੇ ਨੌਜਵਾਨਾਂ ਦਾ, ਪੰਜਾਬ ਦੀ ਧਰਤੀ ਤੋਂ ਜਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਪੰਜਾਬ ਦੀ ਧਰਤੀ ਤੋਂ ਪੰਜਾਬ ਦੇ ਨੌਜਵਾਨਾਂ ਦਾ ਸੁਨੇਹਾ ਹੈ। ਬੜਾ ਹੀ ਸੁਲਝਿਆ ਹੋਇਆ ਸੁਨੇਹਾ ਹੈ ਕਿ ਹੁਣ ਮੇਰੀ ਤੇਰੀ ਨੂੰ ਛੱਡ ਕੇ ਅਸੀਂ ਇੱਕ ਹੋ ਜਾਈਏ। ਚਾਹੇ ਕਿਸਾਨ ਲੀਡਰ ਨੇ ਜਿਹੜੇ ਮੋਰਚੇ ਦੀ ਅਗਵਾਈ ਕਰ ਰਹੇ ਨੇ, ਜਾਂ ਫਿਰ ਜਿਹੜੇ ਨੌਜਵਾਨਾਂ ਨੂੰ ਜੋੜਨ ਵਾਲੇ ਨੌਜਵਾਨ ਲੀਡਰ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਨੇ, ਸਾਰੇ ਇੱਕ ਹੋ ਜਾਈਏ ਤਾਂ ਹੀ ਇਸ ਮੋਰਚੇ ਨੂੰ ਜਿੱਤਿਆ ਜਾ ਸਕਦਾ ਹੈ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਅਜੀਜ਼ਪੁਰ ਟੋਲ ਪਲਾਜ਼ਾ, ਹਰਿਆਣਾ, ਮਾਫ ਕਰਨਾ, ਪਟਿਆਲਾ ਚੰਡੀਗੜ੍ਹ ਨੈਸ਼ਨਲ ਹਾਈਵੇ 7 ਤੋਂ ਖਾਸ ਰਿਪੋਰਟ।